ਚਾਹੇ 5 ਸਟੇਟਾਂ ਦੇ ਵਿੱਚ ਚੋਣਾਂ ਹੋ ਰਹੀਆਂ, ਅਸੀਂ ਕਿਸੇ ਵੀ ਪਾਰਟੀ ਦੀ ਮਦਦ ਨਹੀਂ ਕਰ ਰਹੇ। ਅਸੀਂ ਕਹਿੰਦੇ ਆ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੂੰ ਗਲਤੀ ਉਹਨੇ ਕੀਤੀ ਆ, ਉਹਦੀ ਗਲਤੀ ਦਾ ਅਹਿਸਾਸ ਕਰਾਓ, ਉਹਨੂੰ ਵੋਟ ਨਾ ਪਾਓ। ਇਹ ਗਿਆਨੀ ਵਰਗੇ ਜਿਹੜੇ ਆ ਬੰਦੇ ਆ ਉਹ ਗਲਤ ਬਿਆਨ ਦੇ ਰਹੇ ਆ। ਇਹ ਕੋਈ ਸਾਡੀ ਮੁੱਛ ਦਾ ਸਵਾਲ ਨਹੀਂ। ਅਸੀਂ ਆਪਦੇ ਜਿਹੜੇ ਕਾਲੇ ਕਾਨੂੰਨ ਆ, ਜਦੋਂ ਅਸੀਂ ਕਿਸਾਨ ਕਹਿੰਦਾ ਵੀ ਸਾਨੂੰ ਇਹ ਨਹੀਂ ਚਾਹੀਦੇ, ਫਿਰ ਉਹਨੂੰ ਰੱਦ ਕਰ। ਜੇ ਜੋਸ਼ ਨਾਲ ਨੌਜਵਾਨ ਵੀਰ ਅੱਗੇ ਤੁਰੇ ਸੀ ਤਾਂ ਅੱਜ ਲਾਣੇਦਾਰ ਸਾਡੇ ਅੱਗੇ ਤੁਰ ਰਹੇ ਆ ਹੋਸ਼ ਨਾਲ। ਅੱਜ ਤੱਕ ਕੋਈ ਇੰਨਾ ਲੰਮਾ ਘੋਲ ਸ਼ਾਂਤੀਪੂਰਵਕ ਨਹੀਂ ਚੱਲਿਆ ਜਿੰਨਾ ਇਹ ਅੱਜ ਸ਼ਾਂਤੀਪੂਰਵਕ ਚੱਲ ਰਿਹਾ। ਦੇਖੋ, ਲੋਕਤੰਤਰ ਦੇ ਵਿੱਚ ਸਰਕਾਰਾਂ ਲੋਕਾਂ ਦੀਆਂ ਚੁਣੀਆਂ ਹੋਈਆਂ ਹੁੰਦੀਆਂ ਨੇ। ਲੋਕ ਕਦੇ ਵੀ ਅੜਿਆ ਨਹੀਂ ਕਰਦੇ, ਸਰਕਾਰਾਂ ਅੜਿਆ ਕਰਦੀਆਂ ਨੇ। ਵੀ ਨਾ ਅਸੀਂ ਅੱਕਾਂਗੇ, ਨਾ ਥੱਕਾਂਗੇ, ਨਾ ਡਰਾਂਗੇ, ਨਾ ਝੁਕਾਂਗੇ। ਜਦੋਂ ਤੱਕ ਇਹ ਸੰਘਰਸ਼ ਅਸੀਂ ਜਿੱਤ ਨਹੀਂ ਲੈਂਦੇ, ਅਸੀਂ ਲਗਾਤਾਰ ਲਾਮਬੰਦੀ ਕਰਦੇ ਰਹਾਂਗੇ। ਇਹੀ ਸਾਡਾ ਜਿਹੜਾ ਮਕਸਦ ਹੋਣਾ ਚਾਹੀਦਾ। ਬਹੁਤ ਸਾਰੇ ਦੱਬੇ ਹੋਏ ਸੰਘਰਸ਼ ਆ, ਜਿਹੜੇ ਸੰਘਰਸ਼ ਇਸ ਦੇ ਨਾਲ ਰਲ ਜਾਣਗੇ ਤਾਂ ਸਰਕਾਰ ਮਜਬੂਰ ਹੋ ਜੂਗੀ ਇਸ ਕਾਨੂੰਨਾਂ ਨੂੰ ਵਾਪਸ ਲੈਣ ਦੇ। ਸਾਨੂੰ ਉਸ ਦਿਨ ਦਾ ਵੇਟ ਕਰਨਾ ਪੈਣਾ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਅਸੀਂ ਫਿਰੋਜ਼ਪੁਰ ਦੇ ਪਿੰਡ ਕੋਟ ਕਰੋੜ ਕਲਾ ਤੇ ਬਣੇ ਟੂਲ ਪਲਾਜ਼ਾ ਤੇ ਮੌਜੂਦ ਹਾਂ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ ਕਿ 23 ਮਾਰਚ ਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ, ਜਿਸ ਨੂੰ ਲੈ ਕੇ ਅੱਜ ਪਿੰਡ ਕੋਟ ਕਰੋੜ ਕਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕਰਦਿਆਂ ਇੱਕ ਪ੍ਰੋਗਰਾਮ ਰੱਖਿਆ ਗਿਆ। ਸਾਡੇ ਨਾਲ ਇਸ ਮੌਕੇ ਕਿਸਾਨ ਆਗੂ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਵੀਰ ਜੀ, ਕੀ ਨਾਂ ਜੀ ਤੁਹਾਡਾ? ਜੋਬਨਜੀਤ ਸਿੰਘ ਨਾਮ ਹੈ ਜੀ। ਜੋਬਨ ਜੀ, ਅੱਜ ਦਾ ਕੀ ਪ੍ਰੋਗਰਾਮ? ਅੱਜ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸਾਡਾ ਪ੍ਰੋਗਰਾਮ ਸੀਗਾ। ਜੋ ਉਹਨਾਂ ਦੀ ਸੋਚ ਸੀ ਉਹ ਅਸੀਂ ਲੋਕਾਂ ਦੇ ਸਾਹਮਣੇ ਰੱਖੀ ਆ ਵੀ ਕੀ ਚਾਹੁੰਦੇ ਸੀ ਉਹ, ਕਿ ਜੋ ਆਜ਼ਾਦੀ ਦਾ ਸੁਪਨਾ ਉਹਨਾਂ ਨੇ ਦੇਖਿਆ ਸੀ ਕਿ ਉਸ ਆਜ਼ਾਦੀ ਦੇ ਵਿੱਚ ਅਸੀਂ ਰਹਿ ਰਹੇ ਹਾਂ। ਇਸ ਪਹਿਲੂ ਨੂੰ ਅਸੀਂ ਲੋਕਾਂ ਦੇ ਸਾਹਮਣੇ ਰੱਖਿਆ। ਸੋ ਇਸ ਦੇ ਨਜ਼ਰੀਏ ਨਾਲ ਸਾਡਾ ਇਹ ਪ੍ਰੋਗਰਾਮ ਸੀਗਾ। ਜੋਬਨ ਜੀ, ਲੰਮਾ ਸਮਾਂ ਹੋ ਚੱਲਿਆ ਸੰਘਰਸ਼ ਲੜਦਿਆਂ ਹੋਇਆਂ, ਕਈ ਕਿਸਾਨਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ, ਪਰ ਕੇਂਦਰ ਸਰਕਾਰ ਕਿਸੇ ਵੀ ਫੈਸਲੇ ਤੇ ਆਉਂਦੀ ਨਜ਼ਰ ਨਹੀਂ ਆ ਰਹੀ। ਕੀ ਲੱਗਦਾ ਕਾਨੂੰਨ ਵਾਪਸ ਹੋਣਗੇ? ਦੇਖੋ ਜੀ, ਕਾਨੂੰਨ ਵਾਪਸ ਜ਼ਰੂਰ ਹੋਣਗੇ। ਦੇਖੋ, ਜਦੋਂ ਅਸੀਂ ਪੰਜਾਬ ਤੋਂ ਚੱਲੇ ਸੀ 26 ਨਵੰਬਰ ਨੂੰ, ਤਾਂ ਉਦੋਂ ਇਹ ਘੋਲ ਕੱਲਾ ਪੰਜਾਬ ਦਾ ਸੀ। ਪੰਜਾਬ ਤੋਂ ਨਿਕਲ ਕੇ ਹਰਿਆਣੇ 'ਚ ਗਿਆ, ਯੂਪੀ 'ਚ ਗਿਆ, ਵੈਸਟ ਬੰਗਾਲ 'ਚ ਗਿਆ, ਬਾਕੀ ਸਾਰੇ ਸੂਬਿਆਂ 'ਚ ਗਿਆ। ਅੱਜ ਇਹ ਕਿਸਾਨੀ ਘੋਲ ਤੋਂ ਉੱਤੇ ਉੱਠ ਕੇ ਲੋਕ ਘੋਲ ਬਣ ਚੁੱਕਿਆ। ਜਿਵੇਂ ਜਿਵੇਂ ਇਹ ਸੰਘਰਸ਼ ਅੱਗੇ ਵਧੂਗਾ, ਬਹੁਤ ਸਾਰੇ ਦੱਬੇ ਹੋਏ ਸੰਘਰਸ਼ ਆ, ਜਿਹੜੇ ਸੰਘਰਸ਼ ਇਸ ਦੇ ਨਾਲ ਰਲ ਜਾਣਗੇ ਤਾਂ ਸਰਕਾਰ ਮਜਬੂਰ ਹੋ ਜੂਗੀ ਇਸ ਕਾਨੂੰਨਾਂ ਨੂੰ ਵਾਪਸ ਲੈਣ ਦੇ। ਸਾਨੂੰ ਉਸ ਦਿਨ ਦਾ ਵੇਟ ਕਰਨਾ ਪੈਣਾ। ਇਹ ਸੰਘਰਸ਼ ਲੰਮਾ ਚੱਲੂਗਾ। ਸਾਨੂੰ ਜਾਬਤੇ ਦੇ ਵਿੱਚ ਰਹਿ ਕੇ ਘੋਲ ਨੂੰ ਅੱਗੇ ਲੈ ਕੇ ਜਾਣਾ। ਸਾਡੀ ਜਿਹੜੀ ਫਿਨੋਮੇਨਾ ਇੱਕੋ ਹੋਣਾ ਚਾਹੀਦਾ ਵੀ ਨਾ ਅਸੀਂ ਅੱਕਾਂਗੇ, ਨਾ ਥੱਕਾਂਗੇ, ਨਾ ਡਰਾਂਗੇ, ਨਾ ਝੁਕਾਂਗੇ। ਜਦੋਂ ਤੱਕ ਇਹ ਸੰਘਰਸ਼ ਅਸੀਂ ਜਿੱਤ ਨਹੀਂ ਲੈਂਦੇ, ਅਸੀਂ ਲਗਾਤਾਰ ਲਾਮਬੰਦੀ ਕਰਦੇ ਰਹਾਂਗੇ। ਇਹੀ ਸਾਡਾ ਜਿਹੜਾ ਮਕਸਦ ਹੋਣਾ ਚਾਹੀਦਾ। ਪਿਛਲੇ ਦਿਨੀ ਸੁਰਜੀਤ ਕੁਮਾਰ ਗਿਆਨੀ ਦਾ ਇੱਕ ਬਿਆਨ ਆਇਆ ਹੈ ਕਿ ਇੱਕ ਕੌਲ ਦੀ ਦੇਰੀ ਹੈ, ਆਗੂ ਆਪਣੀ ਜਿੱਤ ਤੇ ਅੜੇ ਹੋਏ, ਉਹਨਾਂ ਨੇ ਆਪਣੀ ਮੁੱਛ ਦਾ ਸਵਾਲ ਬਣਾ ਲਿਆ। ਉਹ ਖੁਦ ਹੀ ਨਹੀਂ ਚਾਹੁੰਦੇ ਕਿ ਇਹ ਗੱਲ ਸਿਰੇ ਲੱਗੇ। ਦੇਖੋ, ਲੋਕਤੰਤਰ ਦੇ ਵਿੱਚ ਸਰਕਾਰਾਂ ਲੋਕਾਂ ਦੀਆਂ ਚੁਣੀਆਂ ਹੋਈਆਂ ਹੁੰਦੀਆਂ ਨੇ। ਲੋਕ ਕਦੇ ਵੀ ਅੜਿਆ ਨਹੀਂ ਕਰਦੇ, ਸਰਕਾਰਾਂ ਅੜਿਆ ਕਰਦੀਆਂ ਨੇ। ਸਾਡੀ ਜਿਹੜੀ ਹੱਕੀ ਮੰਗ ਆ, ਸਾਨੂੰ MSP ਚਾਹੀਦੀ ਆ। ਇਹ ਕੋਈ ਔਖੀ ਮੰਗ ਨਹੀਂ ਸਰਕਾਰਾਂ ਦੇ ਲਈ। ਜਿਹੜੀ ਫਸਲ ਅਸੀਂ ਉਪਜ ਕਰਦੇ ਆ, ਉਹਦਾ ਕੀ ਸਾਨੂੰ ਉਹਦਾ ਭਾਅ ਮਿਲਣਾ ਸਾਨੂੰ ਪਤਾ ਹੋਣਾ ਚਾਹੀਦਾ। ਸਾਡੀ ਜਾਇਜ਼ ਮੰਗ ਆ। ਸੋ ਜਿਹੜਾ ਜੈਨੀ ਜੀ ਦਾ ਜਿਹੜਾ ਗੱਲ ਕਹਿਣੀ ਆ, ਉਹਦਾ ਕੋਈ ਵਜੂਦ ਅਸੀਂ ਸਮਝਦੇ ਨਹੀਂਗੇ। ਸਾਡੀ ਜਿਹੜੀ ਜਾਇਜ਼ ਮੰਗ ਆ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਹੈ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਪਰਮਜੀਤ ਸਿੰਘ ਜੀ, ਮੈਂ ਲੋਕ ਸਰਾਮ ਮੋਰਚਾ ਦਾ ਸੂਬਾ ਪ੍ਰੈਸ ਸਕੱਤਰ ਹਾਂ। ਪਰਮਜੀਤ ਜੀ, ਲੰਮਾ ਸਮਾਂ ਹੋ ਚੱਲਿਆ ਅੰਦੋਲਨ ਚੱਲਦਿਆਂ ਹੋਇਆਂ, ਸਰਕਾਰ ਕਿਸੇ ਵੀ ਫੈਸਲੇ ਤੇ ਆਉਂਦੀ ਨਜ਼ਰ ਨਹੀਂ ਆ ਰਹੀ। ਕੀ ਲੱਗਦਾ ਕਾਨੂੰਨ ਵਾਪਸ ਹੋਣਗੇ? ਬਿਲਕੁਲ, ਸਰਕਾਰ ਆਪਦੇ ਆਪ 'ਚ ਹਾਰ ਚੁੱਕੀ ਆ, ਕਿਉਂਕਿ ਅੱਜ ਬਖਲਾੜ ਦੇ ਵਿੱਚ ਆ ਕੇ ਤਰ੍ਹਾਂ ਦੇ ਬਿਆਨ ਜ਼ਰੂਰ ਦੇ ਰਹੀ ਆ, ਪਰ ਅਸੀਂ ਸਮਝਦੇ ਹਾਂ ਵੀ ਸਰਕਾਰ ਜਿਹੜੀ ਆ ਉਹ ਇੱਕ ਤਰ੍ਹਾਂ ਦੇ ਨਾਲ ਪੂਰੀ ਹਾਰ ਚੁੱਕੀ ਆ। ਉਹਨੂੰ ਕਾਨੂੰਨ ਵਾਪਸ ਲੈਣੇ ਪੈਣੇ ਆ, ਚਾਹੇ ਅੱਜ ਲੈ ਲਏ। ਉਹ ਸਾਡਾ ਸਬਰ ਪਰਖਣਾ ਚਾਹੁੰਦੇ ਆ ਵੀ ਇਹ ਕਿੰਨਾ ਚਿਰ ਬਹਿਣਗੇ। ਉਹਨਾਂ ਨੂੰ ਇਹ ਭੁਲੇਖਾ ਵੀ ਹਾੜੀ ਆ ਜਾਣੀ ਆ, ਹਾੜੀ ਤੋਂ ਜਾਣੀ ਕਿ ਕਿਸਾਨ ਹਾੜੀ 'ਚ ਲੱਗ ਜਾਣਗੇ ਤੇ ਜਿਹੜਾ ਇਹ ਉੱਠ ਕੇ ਚਲੇ ਜਾਣਗੇ। ਪਰ ਇਹ ਲੰਮਾ ਸਮਾਂ ਜਿਹੜਾ ਸੰਘਰਸ਼ ਆ ਉੱਥੇ ਚੱਲੂਗਾ, ਕਿਉਂਕਿ ਕਿਸਾਨਾਂ ਨੇ ਆਪਦੀ ਫਸਲ ਵੀ ਵੱਢਣੀ ਹੈ ਤੇ ਉੱਥੇ ਸੰਘਰਸ਼ ਵੀ ਚਲਾਉਣਾ। ਤੇ ਇਹ ਜਾਣੀ ਸਬਰ ਤੇ ਸਾਡਾ ਜਿਹੜਾ ਸਬਰ ਆ
ਉਹ ਇਹ ਸਬਰ ਨਾਲ ਜਿਹੜਾ ਸੰਘਰਸ਼ ਹੈ ਇਹ ਚੱਲਣਾ। ਅੱਜ ਤੱਕ ਕੋਈ ਇੰਨਾ ਲੰਮਾ ਘੋਲ ਸ਼ਾਂਤੀਪੂਰਵਕ ਨਹੀਂ ਚੱਲਿਆ ਜਿੰਨਾ ਇਹ ਅੱਜ ਸ਼ਾਂਤੀਪੂਰਵਕ ਚੱਲ ਰਿਹਾ। ਚਾਹੇ ਕੁਝ ਘਟਨਾਵਾਂ ਵਾਪਰੀਆਂ ਪਰ ਉਹਦੇ ਬਾਵਜੂਦ ਦੁਬਾਰਾ ਫੇਰ ਉਸੇ ਲੀਹ ਤੇ ਜਿਹੜਾ ਇਹ ਘੋਲ ਹੈ ਉਹ ਅੱਜ ਉੱਥੇ ਆ ਚੁੱਕਿਆ ਤੇ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਸ਼ਾਮਲ ਬੈਠੇ ਆ। ਤੇ ਇਹ ਮੋਦੀ ਸਰਕਾਰ ਨੂੰ, ਕਿਉਂਕਿ ਇਹ ਸਰਕਾਰਾਂ ਦੀ ਗਲਤਫਹਿਮੀ ਹੁੰਦੀ ਆ ਵੀ ਅਸੀਂ ਜਿਹੜੇ ਝੁਕਣਾ ਨਹੀਂ, ਪਰ ਇਹ ਉਹਨਾਂ ਦੀ ਗਲਤਫਹਿਮੀ ਦੂਰ ਹੋ ਜਾਣੀ ਆ। ਆ ਵੋਟਾਂ ਦੇ ਵਿੱਚ ਵੀ ਜਿਹੜਾ ਆਹ 5 ਸਟੇਟਾਂ ਦੀਆਂ ਵੋਟਾਂ ਹੋ ਰਹੀਆਂ, ਇਹਦੇ ਵਿੱਚ ਵੀ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਸਾਡੀ ਹਾਲਤ ਕੀ ਬਣਦੀ ਜਾ ਰਹੀ ਹੈ। ਇਹ ਜਿੰਨਾ ਲੰਮਾ ਕਿਸਾਨੀ ਘੋਲ ਨੂੰ ਕਰਨਗੇ ਓਨੀ ਹੀ ਲਾਮਬੰਦੀ ਹੋਣੀ ਹੈ, ਓਨਾ ਹੀ ਇਹ ਸੰਘਰਸ਼ ਨੇ ਤੇਜ਼ ਹੋਣਾ, ਓਨਾ ਹੀ ਇਹਨਾਂ ਨੂੰ ਖੋਰਾ ਲੱਗਣਾ ਭਾਰਤੀ ਜਨਤਾ ਪਾਰਟੀ ਨੂੰ। ਤਾਂ ਇਹ ਜਿੰਨਾ ਮਰਜ਼ੀ ਲੰਮਾ ਕਰ ਲੈਣ ਤਾਂ ਇਹ ਘੋਲ ਜਿਹੜਾ ਅਸੀਂ ਜਿੱਤ ਕੇ ਵਾਪਸ ਮੁੜਾਂਗੇ। ਸੁਰਜੀਤ ਕੁਮਾਰ ਜਿਆਣੀ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਉਹਨਾਂ ਦਾ ਕਹਿਣਾ ਹੈ ਕਿ ਆਗੂਆਂ ਨੇ ਆਪਣੀ ਮੁੱਛ ਦਾ ਸਵਾਲ ਬਣਾਇਆ ਹੋਇਆ। ਮੁੱਛ ਦਾ ਸਵਾਲ ਤਾਂ ਸਰਕਾਰ ਨੇ ਬਣਾਇਆ, ਜਥੇਬੰਦੀਆਂ ਕਦੇ ਮੁੱਛ ਦਾ ਸਵਾਲ ਨਹੀਂ ਬਣਾਉਂਦੀਆਂ। ਪਹਿਲੀ ਗੱਲ ਤਾਂ ਇਹ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਕਾਨੂੰਨ ਬਣਾਏ ਹੋਏ ਆ, ਇਹ ਮੋਦੀ ਜਿਹੜੀ ਸੈਂਟਰ ਦੀ ਸਰਕਾਰ ਆ ਉਹਦਾ ਕੋਈ ਅਧਿਕਾਰ ਨਹੀਂ ਬਣਦਾ। ਇਹ ਅਧਿਕਾਰ ਆ ਸਟੇਟਾਂ ਦੇ, ਜਿੱਥੇ ਖੇਤੀਬਾੜੀ ਹੁੰਦੀ ਆ ਉਹਨੂੰ ਹੱਕ ਆ ਵੀ ਕਾਨੂੰਨ ਬਣਾਉਣ ਖੇਤੀਬਾੜੀ ਦੇ। ਇਹਨਾਂ ਨੂੰ ਕੀ ਹੱਕ ਆ ਕਾਨੂੰਨ ਬਣਾਉਣ ਦਾ? ਤਾਂ ਇਹ ਪਹਿਲਾਂ ਹੀ ਮੁੱਢ ਤੋਂ ਹੀ ਇਹ ਗਲਤ ਆ ਜਿਹੜੇ ਕਾਨੂੰਨ ਬਣਾਏ ਆ, ਕਿਉਂਕਿ ਇਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦੇ। ਤਾਂ ਇਸ ਵਾਸਤੇ ਇਹ ਜਿਆਨੀ ਵਰਗੇ ਜਿਹੜੇ ਆ ਬੰਦੇ ਆ ਉਹ ਗਲਤ ਬਿਆਨ ਦੇ ਰਹੇ ਆ। ਇਹ ਕੋਈ ਸਾਡੀ ਮੁੱਛ ਦਾ ਸਵਾਲ ਨਹੀਂ। ਅਸੀਂ ਆਪਦੇ ਜਿਹੜੇ ਕਾਲੇ ਕਾਨੂੰਨ ਆ, ਜਦੋਂ ਅਸੀਂ ਕਿਸਾਨ ਕਹਿੰਦਾ ਵੀ ਸਾਨੂੰ ਇਹ ਨਹੀਂ ਚਾਹੀਦੇ, ਫਿਰ ਉਹਨੂੰ ਰੱਦ ਕਰਨ। ਪਿਛਲੇ ਦਿਨੀ ਕਾਫੀ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ, ਆਗੂਆਂ ਦੇ ਵੀ ਪਰਚੇ ਦਰਜ ਕਰਨ ਦੀ ਗੱਲ ਸਾਹਮਣੇ ਆਈ। ਸਟੇਜ ਤੋਂ ਇਹ ਬੋਲਿਆ ਜਾਂਦਾ ਕਿ ਆਗੂਆਂ ਨੂੰ ਦੇਖਦੇ ਆ ਕਿਹੜਾ ਹੱਥ ਲਗਾਉਂਦਾ। ਜਦੋਂ ਨੌਜਵਾਨਾਂ ਦੀ ਗੱਲ ਆਉਂਦੀ ਆ ਜਾਂ ਲੱਖਾ ਸਿਧਾਣਾ ਦੀ ਗੱਲ ਆਉਂਦੀ ਆ, ਉਦੋਂ ਸਟੇਜ ਤੋਂ ਕਿਉਂ ਨਹੀਂ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ? ਕੀ ਉਹ ਸੰਘਰਸ਼ ਦਾ ਹਿੱਸਾ ਨਹੀਂਗੇ? ਬਿਲਕੁਲ, ਜਿਹੜਾ ਇਹ ਕੁਛ ਕੁ ਜਥੇਬੰਦੀਆਂ ਨੇ ਉੱਥੇ ਇਹ ਬੋਲਿਆ, ਪਰ ਅਸੀਂ ਸਮਝਦੇ ਹਾਂ, ਸਾਡੀ ਭਾਰਤੀ ਕਿਸਾਨ ਕ੍ਰਾਂਤੀਕਾਰੀ ਸਮਝਦੀ ਹੈ ਵੀ ਜਿਹੜਾ ਵੀ ਨੌਜਵਾਨ ਉੱਥੇ ਗਿਆ ਉਹ ਸਾਡਾ, ਜਿਹਦੇ ਤੇ ਵੀ ਕੇਸ ਬਣੇ ਆ ਉਹ ਸਾਡੇ ਆ। ਚਾਹੇ ਉਹ ਦੀਪ ਸਿੱਧੂ ਹੋਵੇ, ਚਾਹੇ ਲੱਖਾ ਸਿਧਾਣਾ ਹੋਵੇ, ਸਾਡੇ ਆਪਸ ਵਿੱਚ ਮਤਭੇਦ ਹੋਣਗੇ, ਮੋਰਚੇ ਦੇ ਵਿੱਚ ਵੀ ਸਾਡੇ ਮਤਭੇਦ ਹੈਗੇ ਆ, ਰਹਿਣਗੇ। ਇਹ ਮਤਭੇਦ ਅਸੀਂ ਆ ਕੇ ਪੰਜਾਬ 'ਚ ਹੱਲ ਕਰ ਲਾਂਗੇ। ਪਰ ਅੱਜ ਜਦੋਂ ਇਹ ਲੜਾਈ ਸਾਡੀ ਉੱਥੇ ਇੱਕ ਲੜਾਈ ਹੈ ਵੀ ਅਸੀਂ ਖੇਤੀ ਕਾਨੂੰਨ ਜਿਹੜੇ ਆ 3 ਇਹ ਰੱਦ ਕਰਾਉਣੇ ਆ ਤੇ MSP ਦੀ ਜਿਹੜੀ ਆ ਮੰਗ ਆ ਸਾਡੀ ਉਹ ਅਸੀਂ ਲੈ ਕੇ ਆਉਣੀ ਆ। ਤਾਂ ਇਹਦੇ ਤੇ ਲੜਾਈ ਜਿਹੜੀ ਆ ਸਾਡੀ ਇਹ ਹੀ ਹੋਣੀ ਚਾਹੀਦੀ ਆ। ਇਹ ਮਤਭੇਦ ਜਿਹੜੇ ਭੁਲਾ ਕੇ ਅਸੀਂ ਜਿਹੜੀ ਪਹਿਲਾਂ ਤੋਂ ਹੀ ਜਿੱਦਾਂ ਇਹਨਾਂ ਨੇ ਰੂਟ ਪਲਾਨ ਜਿਹੜਾ ਬਣਾਇਆ ਸੀ ਸਰਕਾਰ ਨੇ, ਉਹਦੇ ਤੋਂ ਪਾਸੇ ਨੌਜਵਾਨ ਗਏ ਸੀ, ਤਾਂ ਉਸ ਦਿਨ ਤੋਂ ਹੀ ਅਸੀਂ ਇਹ ਕਿਹਾ ਸੀਗਾ ਵੀ ਇਹ ਜਿਹੜਾ ਪਹਿਲੀ ਗੱਲ ਤਾਂ ਸੰਯੁਕਤ ਮੋਰਚੇ ਨੇ ਜਿਹੜਾ ਰੂਟ ਪਲਾਨ ਪਹਿਲਾਂ ਪਾਸ ਕੀਤਾ ਸੀ ਉਹਦੇ ਤੇ ਹੀ ਰਹਿਣਾ ਚਾਹੀਦਾ ਸੀ, ਉਦੋਂ ਤੋਂ ਥੜਕਣਾ ਨਹੀਂ ਚਾਹੀਦਾ ਸੀ, ਪਾਸੇ ਨਹੀਂ ਜਾਣਾ ਚਾਹੀਦਾ ਸੀ। ਉਹ ਨੌਜਵਾਨ ਜਿਹੜੇ 26 ਜਨਵਰੀ ਨੂੰ ਗਏ ਆ ਉਹ ਪੂਰੇ ਜੋਸ਼ੋ ਖਰੋਸ਼ ਨਾਲ ਗਏ ਸੀ ਤੇ ਅਸੀਂ ਸਮਝਦੇ ਹਾਂ ਵੀ ਉਹਨਾਂ ਦੇ ਜੋਸ਼ ਦੀ ਕਦਰ ਕਰਨੀ ਬਣਦੀ ਹੈ ਤੇ ਜੋਸ਼ ਉਹਨਾਂ ਦਾ ਜਿਉਂ ਦਾ ਤਿਉਂ ਉਵੇਂ ਹੀ ਅਸੀਂ ਬਰਕਰਾਰ ਰੱਖ ਰਹੇ ਹਾਂ। ਘੱਟੋ ਘੱਟ ਸਾਡੀਆਂ ਜਥੇਬੰਦੀਆਂ ਜਿਹੜੀਆਂ ਉਹ ਨੌਜਵਾਨਾਂ ਨੂੰ, ਅਸੀਂ ਬਾਘੇ ਪੁਰਾਣੇ ਦੇ ਵਿੱਚ ਰੈਲੀ ਕੀਤੀ ਹੈ, ਉਹ ਵੀ ਅਸੀਂ ਨੌਜਵਾਨਾਂ ਨੂੰ ਬਕਾਇਦਾ ਅਸੀਂ ਪ੍ਰੇਰਿਤ ਕੀਤਾ ਵੀ ਨੌਜਵਾਨੋ ਦਿੱਲੀ ਵੱਲ ਨੂੰ ਜਾਓ। ਅਸੀਂ ਜਾਣੀ ਕਿ ਵੀ ਇਹ ਸਮਝਦੇ ਹਾਂ ਵੀ ਕੋਈ ਵੀ ਹੈ ਨੌਜਵਾਨਾਂ ਦੇ ਪਰਚੇ ਹੋਣ ਚਾਹੇ ਕੁਛ ਵੀ ਹੋਵੇ ਉਹ ਸਾਡੇ ਆ, ਉਹ ਅਸੀਂ ਜਾਣੀ ਕਿ ਉਹਨਾਂ ਨੂੰ ਬਾਹਰ ਕਢਾ। ਪਹਿਲੀ ਗੱਲ ਤਾਂ ਜ਼ਮਾਨਤਾਂ ਹੋ ਚੁੱਕੀਆਂ, ਕੋਈ 4-5 ਬੰਦੇ ਜਿਹੜੇ ਰਹਿ ਗਏ ਆ ਉਹਨਾਂ ਦੀਆਂ ਜ਼ਮਾਨਤਾਂ ਵੀ ਹੋ ਜਾਣਗੀਆਂ। ਲੰਮਾ ਸਮਾਂ ਹੋ ਚੱਲਿਆ ਕਿਸਾਨਾਂ ਨੂੰ ਅੰਦੋਲਨ ਲੜਦੇ ਹੋਏ, ਗੱਲ ਕਿਸੇ ਹੰਨੇ ਬੰਨੇ ਲੱਗਦੀ ਨਜ਼ਰ ਨਹੀਂ ਆ ਰਹੀ। ਉੱਪਰੋਂ 2022 ਦਾ ਇਲੈਕਸ਼ਨ ਆ ਰਿਹਾ, ਕੀ ਜਥੇਬੰਦੀਆਂ ਸਿਆਸਤ ਦਾ ਸਹਾਰਾ ਲੈਣਗੇ ਜਾਂ ਖੁਦ ਆਪਣੀ ਕੋਈ ਪਾਰਟੀ ਤਿਆਰ ਕਰਨਗੇ? ਦੇਖੋ ਜੀ, ਸਿਆਸਤ ਦਾ ਕੋਈ ਸਹਾਰਾ ਨਹੀਂ ਲੈਣਾ। ਜਥੇਬੰਦੀਆਂ ਆਪ ਦਾ ਘੋਲ ਆ, ਇਹਨਾਂ ਦੇ ਸੰਘਰਸ਼ ਤੇ ਟੇਕ ਆ, ਤਾਂ ਸੰਘਰਸ਼ ਨਾਲ ਹੀ ਅਸੀਂ ਜਿਹੜੇ ਕਾਨੂੰਨ ਰੱਦ ਕਰਾਉਣੇ ਆ। ਅਸੀਂ ਕਿਸੇ ਵੀ ਪਾਰਟੀ ਆ, ਹੁਣ ਚਾਹੇ 5 ਸਟੇਟਾਂ ਦੇ ਵਿੱਚ ਚੋਣਾਂ ਹੋ ਰਹੀਆਂ, ਅਸੀਂ ਕਿਸੇ ਵੀ ਪਾਰਟੀ ਦੀ ਮਦਦ ਨਹੀਂ ਕਰ ਰਹੇ। ਅਸੀਂ ਕਹਿੰਦੇ ਆ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੂੰ ਗਲਤੀ ਉਹਨੇ ਕੀਤੀ ਆ, ਉਹਦੀ ਗਲਤੀ ਦਾ ਅਹਿਸਾਸ ਕਰਾਓ, ਉਹਨੂੰ ਵੋਟ ਨਾ ਪਾਓ। ਜਿਹੜਾ ਜਿੱਥੇ ਮਰਜ਼ੀ ਤੁਸੀਂ ਹੋਰ ਪਾ ਲਓ ਵੋਟ, ਅਸੀਂ ਕਿਸੇ ਪਾਰਟੀ ਨਾਲ ਨਹੀਂ ਖੜੇ। ਤਾਂ ਇਸ ਵਾਸਤੇ ਅਸੀਂ ਕੋਈ ਸਿਆਸਤ ਦਾ ਸਹਾਰਾ ਨਹੀਂ ਲੈਣਾ, ਅਸੀਂ ਸੰਘਰਸ਼ ਤੇ ਹੀ ਟੇਕ ਰੱਖ ਕੇ ਇਹ ਕਾਨੂੰਨ ਰੱਦ ਕਰਾਉਣੇ। ਅਗਲੀ ਰਣਨੀਤੀ ਕੀ ਹੋਵੇਗੀ? 23 ਮਾਰਚ ਨੂੰ ਹੁਸੈਨੀ ਵਾਲੇ ਵੀ ਦੱਸਿਆ ਜਾ ਰਿਹਾ ਕਿ 23 ਮਾਰਚ ਨੂੰ ਅਸੀਂ ਭਗਤ ਸਿੰਘ, ਰਾਜਗੁਰੂ, ਸੁਖਦੇਵ
ਉਹਨਾਂ ਦਾ ਸ਼ਹੀਦੀ ਦਿਹਾੜਾ ਜਿਵੇਂ ਇੱਥੇ ਟੋਲ ਪਲਾਜ਼ੇ ਤੇ ਮਨਾਇਆ ਅੱਜ, ਇਸੇ ਤਰ੍ਹਾਂ 23 ਮਾਰਚ ਨੂੰ ਵੀ ਮਨਾ ਰਹੇ ਹਾਂ। ਤੇ 23 ਮਾਰਚ ਨੂੰ ਅਸੀਂ ਜਿਹੜੀ ਲੋਕ ਸਰਾਮ ਮੋਰਚੇ ਦੀ ਸਮਝ, ਭਾਰਤੀ ਕਿਸਾਨ ਕ੍ਰਾਂਤੀਕਾਰੀ ਦੀ ਸਮਝ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਸਮਝ, ਇਹ ਅਸੀਂ ਆਪਦੀ ਜਿਹੜੇ ਆ ਇਹ ਹਰ ਸਾਲ ਅਸੀਂ ਭਗਤ ਸਿੰਘ ਹੋਰਾਂ ਦਾ ਦਿਨ ਜਿਹੜਾ ਮਨਾਉਣੇ ਆ। ਤੇ ਮਾਰਚ ਦੇ ਵਿੱਚ ਭਗਤ ਸਿੰਘ ਹੋਰਾਂ ਦਾ ਦਿਨ ਮਨਾਉਣੇ ਆ, ਜੁਲਾਈ ਦੇ ਵਿੱਚ ਊਧਮ ਸਿੰਘ ਦਾ। ਤਾਂ ਇਹ 2 ਪ੍ਰੋਗਰਾਮ ਅਸੀਂ ਸਾਲ ਦੇ ਵਿੱਚ ਲਗਾਤਾਰ ਮਨਾ ਰਹੇ ਹਾਂ ਤੇ ਅਸੀਂ ਆਪਦੀ ਸਮਝ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ। ਅਸੀਂ ਦੱਸ ਰਹੇ ਹਾਂ ਵੀ ਜਿਹੜਾ ਭਗਤ ਸਿੰਘ ਹੋਰਾਂ ਨੇ ਸੁਪਨਾ ਲਿਆ ਸੀ ਆਜ਼ਾਦੀ ਦਾ, ਉਹ ਆਜ਼ਾਦੀ ਜਿਹੜੀ ਇੱਥੇ ਨਹੀਂ ਆਈ। ਆਪਾਂ ਨੂੰ ਇੱਥੇ ਕਾਲੇ ਅੰਗਰੇਜ਼ ਜਿਹੜੇ ਆ ਅੱਜ ਫੇਰ ਗੱਦੀਆਂ ਤੇ ਬਿਰਾਜਮਾਨ ਹੋ ਚੁੱਕਿਆ, ਗੋਰੇ ਅੰਗਰੇਜ਼ ਭਲਾ ਚਲੇ ਗਏ ਇੱਥੋਂ। ਤਾਂ ਉਹਨਾਂ ਨੇ ਫੇਰ ਆ ਕੇ ਉਹੋ ਹੀ ਨੀਤੀਆਂ ਪਾਲਿਸੀਆਂ ਜਿਹੜੀਆਂ ਭਗਤ ਸਿੰਘ ਹੋਰਾਂ ਮੌਕੇ ਅੰਗਰੇਜ਼ਾਂ ਨੇ ਸਾਡੇ ਤੇ ਲਾਗੂ ਕੀਤੀਆਂ, ਉਹੋ ਹੀ ਅੱਜ ਇੱਥੇ ਸਾਡੇ ਤੇ ਜਿਹੜੇ ਆ ਕਾਲੇ ਅੰਗਰੇਜ਼ ਬੈਠੇ, ਇਹ ਵੀ ਉਹੋ ਹੀ ਕਰ ਰਹੇ। ਤਾਂ ਸਾਡੇ ਨਾਲ ਕੁਝ ਔਰਤਾਂ ਵੀ ਮੌਜੂਦ ਹੈ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਭੈਣ ਜੀ, ਕੀ ਨਾਂ ਜੀ ਤੁਹਾਡਾ? ਕੁਲਦੀਪ ਕੌਰ। ਕੁਲਦੀਪ ਕੌਰ ਜੀ, ਕਿਸਾਨੀ ਅੰਦੋਲਨ ਨੂੰ ਕਿਵੇਂ ਦੇਖਦੇ ਹੋ? ਲੰਮਾ ਸਮਾਂ ਹੋ ਚੱਲਿਆ ਅੰਦੋਲਨ ਲੜਦੇ ਹੋਏ, ਗੱਲ ਕਿਤੇ ਵੀ ਹੰਨੇ ਬੰਨੇ ਲੱਗਦੀ ਨਜ਼ਰ ਨਹੀਂ ਆ ਰਹੀ। ਹਾਂਜੀ, ਇਹ ਕਿਸਾਨੀ ਅੰਦੋਲਨ ਲੋਕਾਂ ਦਾ ਅੰਦੋਲਨ ਆ ਤੇ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣਾ ਪੈਣਾ ਹੈ ਤੇ ਲੜਨਾ ਪੈਣਾ ਹੈ। ਇਹ ਨਹੀਂ ਕਹਿ ਸਕਦੇ ਵੀ ਲੰਮਾ ਸਮਾਂ ਚੱਲੂਗਾ, ਕਿਉਂਕਿ ਅੰਦੋਲਨ ਆ ਜਿਹੜੇ ਉਹ ਹੁੰਦੇ ਹੀ ਲੰਮਾ ਸਮਾਂ ਚੱਲਦੇ ਆ। ਜੇ ਕਹਿ ਰਹੀ 1-2 ਦਿਨ ਚ ਮੁੱਕ ਗਿਆ, ਉਹ ਕੋਈ ਅੰਦੋਲਨ ਨਹੀਂ ਹੋਇਆ। ਜੇ ਕੇਂਦਰ ਸਰਕਾਰ ਨਹੀਂ ਮੰਨੂਗੀ ਤਾਂ ਸਾਨੂੰ ਲੋਕਾਂ ਨੂੰ ਇਕੱਠ ਦਿਖਾਉਣਾ ਪਊ, ਆਪਦਾ ਰੋਸ ਵਜੋਂ ਅੱਗੇ ਆਉਣਾ ਪਊ। ਹੱਕਾਂ ਦੀ ਖਾਤਰ ਸਾਨੂੰ ਸਰਕਾਰ ਦੇ ਸਾਹਮਣੇ ਅਸੀਂ ਝੁਕਣਾ ਨਹੀਂ, ਉਹਨਾਂ ਨੂੰ ਝੁਕਾਉਣਾ ਹੈ ਤਾਂ ਕਿ ਅਸੀਂ ਆਪਣੇ ਹੱਕਾਂ ਤੇ ਕਾਇਮ ਰਹਿ ਸਕੀਏ, ਆਪਣੀਆਂ ਜ਼ਮੀਨਾਂ ਨੂੰ ਬਚਾ ਸਕੀਏ। ਤੇ ਇਸ ਲਈ ਸਾਨੂੰ ਭੈਣਾਂ ਭਾਈਆਂ ਨੂੰ ਇਕੱਠੇ ਹੋ ਕੇ ਅੰਦੋਲਨ ਵਿੱਚ ਜਾਣਾ ਹੀ ਪੈਣਾ ਹੈ। ਤੇ ਇਸੇ ਪੱਖੋਂ ਮੈਂ ਤਾਂ ਵੇਖਦੀ ਹਾਂ ਵੀ ਕਿਸਾਨੀ ਅੰਦੋਲਨ ਇੱਕ ਮਜ਼ਬੂਤ ਅੰਦੋਲਨ ਹੈ। ਐਵੇਂ ਤਾਂ ਕਦੀ ਵੀ ਇਹ ਅੰਦੋਲਨ ਨਹੀਂ ਲੜਿਆ ਗਿਆ ਹੋਊਗਾ ਵੀ ਜਿਹੜਾ ਸ਼ਾਂਤੀ ਨਾਲ ਭਾਈਆਂ ਨੇ, ਨੌਜਵਾਨ ਪੀੜ੍ਹੀ ਨੇ, ਭੈਣਾਂ ਨੇ ਅੱਗੇ ਆ ਕੇ ਲੜਿਆ। ਅੱਜ ਦਿੱਲੀ 'ਚ ਜਾ ਕੇ ਤੁਸੀਂ ਦੇਖ ਲਓ, ਲੱਖਾਂ ਭੈਣਾਂ ਦਾ ਹੜ੍ਹ ਆਇਆ ਹੋਇਆ ਹੈ ਤੇ ਵੀਰ ਵੀ ਅੱਗੇ ਕਹਿੰਦੇ ਸੀ ਵੀ ਨੌਜਵਾਨ ਪੀੜ੍ਹੀ ਨਸ਼ਿਆਂ 'ਚ ਪੈ ਗਈ ਆ, ਪਰ ਅੱਜ ਤੁਸੀਂ ਦਿੱਲੀ 'ਚ ਜਾ ਕੇ ਵੇਖੋ, ਸਭ ਤੋਂ ਵੱਧ ਨੌਜਵਾਨ ਪੀੜ੍ਹੀ ਉੱਥੇ ਤੁਰੀ ਫਿਰਦੀ ਆ। ਤੇ ਤੁਸੀਂ ਕੀ ਕਹਿ ਰਹੇ ਕਿ ਇਹ ਅੰਦੋਲਨ ਕਾਮਯਾਬ ਨਹੀਂ ਹੋਊਗਾ? ਮੈਨੂੰ ਲੱਗਦਾ ਇਹ ਅੰਦੋਲਨ ਕਾਮਯਾਬ ਹੋਇਆ ਪਿਆ ਹੈ। ਇਹ ਪਹਿਲੀ ਵਾਰੀ ਹੋਇਆ ਹੈ ਕਿ ਆਪਣੀ ਕੇਂਦਰ ਸਰਕਾਰ ਨੂੰ ਮੀਟਿੰਗਾਂ ਦੇ ਵਿੱਚੋਂ ਉੱਠ ਕੇ ਪਿਊਸ਼ ਗੋਇਲ ਵਰਗਿਆਂ ਨੂੰ ਜਾਣਾ ਪਿਆ ਸੀ, ਇੱਕ ਦੂਜੇ ਦੇ ਨਾਲ ਗੱਲਬਾਤ ਕਰਨੀ ਪਈ ਸੀਗੀ ਤੇ ਜਿਹੜੀ ਇਹ ਕੁਰਸੀ ਦੀ ਟਾਕ ਟੇਬਲ ਹੁੰਦੀ ਸੀ, ਇਹਨਾਂ ਦੀ ਗੱਲਬਾਤ ਹੁੰਦੀ ਸੀ, ਉਹ ਅੱਜ ਕਾਮਯਾਬ ਹੁੰਦੀ ਸਾਨੂੰ ਨਜ਼ਰ ਆ ਰਹੀ ਹੈ। ਸਾਡੇ ਵੀਰਾਂ ਨੇ ਇਹ ਸਿੱਧ ਕਰਤਾ ਕਿ ਅਸੀਂ ਆਪਣੇ ਹੱਕਾਂ ਦੇ ਲਈ ਅੱਗੇ ਆ ਸਕਦੇ ਹਾਂ, ਆਵਾਜ਼ ਬਣ ਸਕਦੇ ਹਾਂ। ਮੈਂ ਤਾਂ ਇਹ ਕਹੂੰਗੀ ਇਹ ਅੰਦੋਲਨ ਸਿਖਰਾਂ ਤੇ ਪਹੁੰਚਿਆ ਪਿਆ ਹੈ, ਬਸ ਥੋੜਾ ਸਬਰ ਦੀ ਲੋੜ ਹੈ ਤੇ ਇਹ ਅੰਦੋਲਨ ਕਾਮਯਾਬ ਜ਼ਰੂਰ ਹੋਊਗਾ ਜੇ ਨੌਜਵਾਨ ਪੀੜ੍ਹੀ ਅੱਗੇ ਰਹੀ ਤੇ ਸਾਨੂੰ ਸਾਡੇ ਬਾਈਆਂ ਦਾ ਸਾਥ ਹੋਇਆ, ਸਾਡੇ ਭੈਣਾਂ ਦਾ ਸਾਥ ਹੋਇਆ ਤਾਂ ਸਾਡਾ ਇਹ ਮੋਰਚਾ ਅਸੀਂ ਜਿੱਤ ਕੇ ਹੀ ਹਟਾਂਗੇ। ਅਸੀਂ ਐਵੇਂ ਨਹੀਂ ਬੈਠਣ ਵਾਲੇ। ਪਰ ਤੁਸੀਂ ਨੌਜਵਾਨਾਂ ਦੀ ਗੱਲ ਕਰ ਰਹੇ ਹੋ, ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋ ਰਹੀ ਹੈ ਕਿ ਨੌਜਵਾਨਾਂ ਨੂੰ ਹੁਣ ਪਿੱਛੇ ਸੁੱਟਿਆ ਜਾ ਰਿਹਾ ਹੈ, ਉਹਨਾਂ ਨੂੰ ਅੱਗੇ ਕਿਉਂ ਨਹੀਂ ਲਗਾਇਆ ਜਾ ਰਿਹਾ? ਜਿਸ ਦਿਨ ਇਹ ਸੰਘਰਸ਼ ਅੰਦੋਲਨ ਸ਼ੁਰੂ ਹੋਇਆ ਸੀ, ਉਸ ਟਾਈਮ ਜਿਹੜੀ ਪੈਰਵਾਈ ਉਹ ਨੌਜਵਾਨਾਂ ਵੱਲੋਂ ਹੀ ਕੀਤੀ ਗਈ ਸੀਗੀ, ਪਰ ਹੁਣ ਨੌਜਵਾਨਾਂ ਨੂੰ ਪਿੱਛੇ ਛੱਡਿਆ ਜਾ ਰਿਹਾ, ਉਹਨਾਂ ਨੂੰ ਸਟੇਜਾਂ 'ਤੇ ਨਹੀਂ ਚੜ੍ਹਨ ਦਿੱਤਾ ਜਾ ਰਿਹਾ। ਅਗਰ ਲੱਖਾ ਸਿਧਾਣਾ ਦੀ ਗੱਲ ਕਰੀਏ ਤਾਂ ਉਹਨਾਂ ਲਈ ਵੀ ਕੋਈ ਵੀ ਬਿਆਨ ਜਥੇਬੰਦੀਆਂ ਨਹੀਂ ਦੇ ਰਹੀਆਂ, ਫਿਰ ਕਿਸ ਤਰ੍ਹਾਂ ਦੇਖਦੇ? ਤੁਸੀਂ ਜਿਵੇਂ ਕਿਹਾ ਨਾ ਵੀ ਨੌਜਵਾਨ ਪੀੜ੍ਹੀ ਨੂੰ ਪਿੱਛੇ ਸਿੱਟਿਆ ਜਾ ਰਿਹਾ, ਨਹੀਂ, ਪਿੱਛੇ ਨਹੀਂ ਸਿੱਟਿਆ ਜਾ ਰਿਹਾ। ਮੈਂ ਕਹਿੰਦੀ ਹਾਂ ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰੀ ਹੈ। ਜੇ ਜੋਸ਼ ਨਾਲ ਨੌਜਵਾਨ ਵੀਰ ਅੱਗੇ ਤੁਰੇ ਸੀ ਤਾਂ ਅੱਜ ਲਾਣੇਦਾਰ ਸਾਡੇ ਅੱਗੇ ਤੁਰ ਰਹੇ ਆ ਹੋਸ਼ ਨਾਲ, ਤਾਂ ਕਿ ਉਹ ਜੋਸ਼ ਵਿੱਚ ਆ ਕੇ ਗਲਤ ਕਦਮ ਨਾ ਚੁੱਕ ਲੈਣ। ਲੱਖੇ ਵੀਰ ਵਰਗਿਆਂ ਨੂੰ ਕੋਈ ਪਿੱਛੇ ਨਹੀਂ ਕੀਤਾ, ਉਹਨਾਂ ਦਾ ਵੀ ਅਸੀਂ ਫੁੱਲ ਸਾਥ ਦੇ ਰਹੇ ਹਾਂ। ਜਥੇਬੰਦੀਆਂ ਆਪਣਾ ਹੱਕ ਸਮਝਦੀਆਂ ਵੀ ਉਹਨਾਂ ਨੂੰ ਵੀ ਅਸੀਂ ਬਰਾਬਰ ਲੈ ਕੇ ਚੱਲ ਰਹੇ ਹਾਂ, ਨਾ ਕਿ ਅਸੀਂ ਕਹੀਏ ਵੀ ਨੌਜਵਾਨਾਂ ਨੂੰ ਪਿੱਛੇ ਕਰਤਾ। ਜੇ ਉਹਨਾਂ 'ਚ ਜੋਸ਼ ਆ ਤਾਂ ਸਾਡੇ ਲਾਣੇਦਾਰਾਂ 'ਚ, ਬਾਪੂਆਂ 'ਚ ਹੋਸ਼ ਵੀ ਹੈਗਾ, ਉਹ ਹੋਸ਼ ਨਾਲ ਚੱਲ ਰਹੇ ਆ। ਤੇ ਕਿਤੇ ਅਸੀਂ ਨੌਜਵਾਨ ਪੀੜ੍ਹੀ ਤੋਂ ਵੀ ਗਲਤੀਆਂ ਹੁੰਦੀਆਂ ਤਾਂ ਉਹ ਸਾਨੂੰ ਸਮਝਾ ਰਹੇ ਆ ਵੀ ਅਸੀਂ ਵੀ ਗਰਮੀ ਨਾਲ ਨਹੀਂ ਪੇਸ਼ ਆਉਣਾ, ਅਸੀਂ ਕਿਸੇ ਵੀ ਸਰਕਾਰ ਨੂੰ ਚਾਹੇ ਕਿਸੇ ਵੀ ਬੰਦੇ ਨੂੰ ਵੀ ਆਪਾਂ ਗਰਮੀ ਨਾਲ ਨਹੀਂ ਬੋਲਣਾ, ਆਪਾਂ ਪਿਆਰ ਨਾਲ ਹੀ ਰਹਿਣਾ ਹੈ, ਏਕੇ 'ਚ ਰਹਿਣਾ ਹੈ, ਤਾਂ ਹੀ ਆਪਾਂ ਕਾਮਯਾਬ ਹੋਵਾਂਗੇ। ਇਸ ਲਈ ਜੇ ਅਸੀਂ ਕਹਿ ਦਈਏ ਵੀ ਨੌਜਵਾਨ ਪੀੜ੍ਹੀ ਗਰਮ ਹੁੰਦੀ ਤਾਂ ਅੱਜ ਇਹ ਅੰਦੋਲਨ ਇੱਥੇ ਤੱਕ ਨਾ ਪਹੁੰਚਦਾ। ਤੁਹਾਨੂੰ ਵੀ ਪਤਾ ਅੱਜ ਦਿੱਲੀ 'ਚ ਲੱਗਿਆ ਨੂੰ ਕਿੰਨਾ ਟਾਈਮ ਹੋ ਗਿਆ ਮੋਰਚੇ ਨੂੰ, ਤੇ ਉਹ ਤਾਂ ਹੀ ਕਾਮਯਾਬ ਆ ਜੇ ਲਾਣੇਦਾਰਾਂ ਦੇ ਨਾਲ ਨੌਜਵਾਨ ਪੀੜ੍ਹੀ ਕਾਇਮ ਰਹੀ ਆ, ਉੱਥੋਂ ਤੱਕ ਖੜੀ ਆ। ਇਸ ਲਈ ਮੈਂ ਨਹੀਂ ਸਮਝਦੀ ਵੀ ਨੌਜਵਾਨ ਅਸੀਂ ਪਿੱਛੇ ਕਰ ਦਿੱਤੇ ਆ, ਤੇ ਮੈਂ ਵੀ ਨੌਜਵਾਨਾਂ 'ਚ ਹੀ ਆ, ਮੈਂ ਵੀ ਬਰਾਬਰ ਖੜਦੀ ਆ। ਮੈਨੂੰ ਨਹੀਂ ਕਿਸੇ ਵੀ ਭੈਣ ਨੇ ਕਿਹਾ ਵੀ ਤੂੰ ਪਿੱਛੇ ਚੱਲ, ਕਿਉਂ ਤੂੰ ਤਾਂ ਕੱਲ ਦੀ ਉੱਠੀ ਕੁੜੀ ਆ, ਤੂੰ ਕੀ ਬੋਲ ਲੇਂਗੀ। ਪਰ ਉਹ ਅੱਗੇ ਕਰਦੇ ਆ ਵੀ ਤੁਸੀਂ ਵੀ ਅੱਗੇ ਆਓ, ਆਪਦਾ ਫਰਜ਼ ਸਮਝੋ, ਕਿਉਂਕਿ ਆਉਣ ਵਾਲੀ ਪੀੜ੍ਹੀ ਹੀ ਇਹਨਾਂ ਨੂੰ ਅੱਗੇ ਅਸੀਂ ਸੇਧ ਦੇਣੀ ਆ। ਅਸੀਂ ਵੀ ਦੱਸ ਸਕਾਂਗੇ ਵੀ ਅਸੀਂ ਵੀ ਅੰਦੋਲਨਾਂ ਦੇ ਵਿੱਚ ਜਾਂਦੇ ਸੀ, ਅਸੀਂ ਵੀ ਕੁਝ ਕਰਦੇ ਸੀ, ਤੇ ਅਸੀਂ ਇਹ ਆਪਣੇ ਬੇਬੇ ਬਾਪੂਆਂ ਤੋਂ, ਭੈਣਾਂ ਤੋਂ ਹੀ ਸਿੱਖਿਆ ਹੈ ਵੀ ਅਸੀਂ ਇਹ ਅੰਦੋਲਨ ਦਾ ਇੱਕ ਹਿੱਸਾ ਬਣੀਏ। ਮੈਂ ਨਹੀਂ ਸਮਝਦੀ ਵੀ ਸਾਡੀ ਪੀੜ੍ਹੀ ਨੂੰ ਪਿੱਛੇ ਕਰ ਰਹੇ ਆ।
ਤਾਂ ਇਹ ਸੀ ਸਾਡੇ ਨਾਲ ਕਿਸਾਨ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ ਕਿ 23 ਮਾਰਚ ਨੂੰ ਹੁਸੈਨੀਵਾਲਾ ਵਿਖੇ ਜਿਹੜਾ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਉਸੇ ਦੇ ਤਹਿਤ ਅੱਜ ਪਿੰਡ ਕੋਟ ਕਰੋੜ ਕਲਾ ਵਿਖੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਇੱਥੇ ਇੱਕ ਸਮਾਗਮ ਕਰਵਾਇਆ ਗਿਆ ਹੈ। ਦੂਸਰਾ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਲਾਮਬੰਦ ਕੀਤਾ ਜਾਵੇਗਾ, ਅੰਦੋਲਨ ਦੇ ਨਾਲ ਜੋੜਿਆ ਜਾਵੇਗਾ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।